ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਨੂੰ 3 ਸਾਧੂਆਂ ਦੀ ਕਹਾਣੀ ਸੁਣਾਵਾਂਗਾ, ਜੋ ਕਿ ਹਰ ਇੱਕ ਲਈ ਸੁਣਨੀ ਜਿੱਥੇ ਬੜੀ ਜ਼ਰੂਰੀ ਆ, ਉੱਥੇ ਸਾਨੂੰ ਜ਼ਿੰਦਗੀ ਵਿੱਚ ਜੀਵਨ ਜਾਂਚ ਵੀ ਸਿਖਾਉਂਦੀ ਆ। ਕਿਵੇਂ ਜ਼ਿੰਦਗੀ ਵਿੱਚ ਮੁਸ਼ਕਲ ਆ ਜੇ, ਕੀ ਕਰੀਏ, ਕਿਵੇਂ ਆਪਾਂ ਡੋਲ ਜਾਂਦੇ ਆ, ਨਿੱਕੀਆਂ ਨਿੱਕੀਆਂ ਚੀਜ਼ਾਂ ਦੀ ਚਿੰਤਾ 'ਚ ਪੈ ਜਾਂਦੇ ਆ। ਤਾਂ ਆਓ ਇਹ ਕਹਾਣੀ ਆਪਾਂ ਸ਼ੁਰੂ ਕਰਦੇ ਹਾਂ। ਗੁਰਸਿੱਖ ਪਿਆਰਿਓ, 3 ਸਾਧੂ ਸੀਗੇ, ਇੱਕ ਨਗਰ ਦੇ ਵਿੱਚ ਰਹਿੰਦੇ। ਉਹਨਾਂ ਦੀ ਬੜੀ ਚੜ੍ਹਦੀ ਕਲਾ ਹੋ ਗਈ, ਲੋਕ ਉਹਨਾਂ ਕੋਲ ਜਾਣ ਲੱਗ ਗਏ। ਜਦੋਂ ਵੀ ਕੋਈ ਨਾਮ ਦੀ ਕਮਾਈ ਕਰਦਾ, ਆਪੇ ਹੀ ਉਹਦਾ ਪ੍ਰਭਾਵ ਪੈਂਦਾ ਹੈ। ਇਹ ਬਾਣੀ ਵੀ ਕਹਿੰਦੀ ਆ, ਹਰ ਇੱਕ ਬੰਦੇ ਦਾ ਔਰਾ ਹੁੰਦਾ, ਆਵਾ ਮੰਡਲ ਹੁੰਦਾ, ਕਿਰਨਾਂ ਹੁੰਦੀਆਂ, ਇਹਨੂੰ ਵਾਈਬ੍ਰੇਸ਼ਨ ਵੀ ਕਹਿੰਦੇ ਆ। ਉਹ ਬੰਦੇ 'ਚ ਜਦੋਂ ਤਰੰਗਾਂ ਨਿਕਲਦੀਆਂ, ਉਹਦਾ ਪ੍ਰਭਾਵ ਪੈਣਾ ਹੀ ਪੈਣਾ। ਜਦੋਂ ਗੁਰੂ ਨਾਨਕ ਸਾਹਿਬ ਜੀ ਕੀਰਤਨ ਕਰਦੇ, ਭਾਈ ਮਰਦਾਨਾ ਜੀ ਰਬਾਬ ਵਜਾਉਂਦੇ, ਬਹੁਤ ਸਾਰੇ ਪਸ਼ੂ ਪੰਛੀ ਆ ਕੇ ਉਹ ਧੁਨਾਂ ਨੂੰ ਸੁਣਦੇ ਹੁੰਦੇ ਸੀ। ਸੰਗਤ ਵੀ ਸੁਣਦੀ ਹੁੰਦੀ ਸੀ, ਪੰਛੀ ਚਿੜੀਆਂ ਮੋਰ ਵੀ ਸੁਣਦੇ ਹੁੰਦੇ ਸੀ। ਤਾਂ ਇਹ ਆਪਾਂ ਇਤਿਹਾਸ ਵਿੱਚ ਵੀ ਪੜ੍ਹਦੇ ਹਾਂ। ਤਾਂ ਰਹੋ ਵਿਚਾਰ, ਤਾਂ ਉਹ ਫਿਰ ਉਹਨਾਂ ਦਾ ਪ੍ਰਭਾਵ ਇੰਨਾ ਵੱਧ ਗਿਆ, ਪਿੰਡ ਦੇ ਲੋਕ, ਨਗਰ ਦੇ ਲੋਕ ਉਹਨਾਂ ਕੋਲ ਆਉਣ ਲੱਗ ਗਏ। ਪਰ ਇਹਦੇ ਨਾਲ ਉੱਥੋਂ ਦਾ ਪਾਦਰੀ ਜਿਹੜਾ ਸੀ, ਉਹਦੀ ਚਿੰਤਾ ਵੱਧ ਗਈ। ਪਾਦਰੀ ਕਹਿਣ ਲੱਗਾ, ਸਾਡੇ ਹੁੰਦਿਆਂ ਇੱਥੇ ਕੋਈ ਆਪਣਾ ਨਾਮ ਬਣਾ ਜੇ, ਇਹ ਹੋ ਨਹੀਂ ਸਕਦਾ। ਇਹ ਧਾਰਮਿਕ ਈਰਖਾ ਸੀ। ਚਰਚ ਖਾਲੀ ਰਹਿਣ ਲੱਗ ਗਈ, ਲੋਕ ਸਾਧੂਆਂ ਕੋਲ ਜਾਣ ਲੱਗ ਗਏ। ਈਸਾਈਅਤ ਦੇ ਵਿੱਚ ਇੱਦਾਂ ਵਾ ਵੀ ਉਹਨੂੰ ਹੀ ਚੰਗਾ ਮੰਨਦੇ ਆ ਜਿਹਨੂੰ ਕਿ ਧਰਮ ਦੇ ਵਿੱਚ ਉਹਨਾਂ ਦੇ ਈਸਾਈ ਧਰਮ ਦੇ ਮੁਤਾਬਕ ਹੀ ਚੰਗਾ ਕਿਹਾ ਜਾਵੇ ਜਾਂ ਮਹਾਨ ਕਿਹਾ ਜਾਵੇ। ਹੁਣ ਚਰਚ ਦੇ ਵਿੱਚ ਉਹਨਾਂ ਸਾਧੂਆਂ ਨੂੰ ਕੋਈ ਮਾਨਤਾ ਨਹੀਂ ਮਿਲੀ, ਉਹ ਤਾਂ ਖੁੱਲ੍ਹੇ ਵਿਚਰਦੇ ਸੀਗੇ। ਪਾਦਰੀ ਨੂੰ ਬੜੀ ਈਰਖਾ ਹੋ ਰਹੀ ਆ। ਇੱਕ ਦਿਨ ਤਾਂ ਹੱਦ ਹੀ ਹੋ ਗਈ, ਜਦੋਂ ਪਾਦਰੀ ਆਪਦੀ ਚਰਚ 'ਚ ਬੈਠਾ ਸੀਗਾ। ਤੇ ਉਦੋਂ ਫਿਰ ਕੀ ਹੋਇਆ ਨਾ, ਉੱਥੇ ਗੁਰਮੁਖ ਪਿਆਰਿਓ, ਕੋਈ ਵੀ ਬੰਦਾ ਉੱਥੇ ਮੱਥਾ ਟੇਕਣ ਯਿਸੂ ਮਸੀਹ ਨੂੰ ਆਇਆ ਹੀ ਨਹੀਂ। ਪਾਦਰੀ ਨੂੰ ਬੜਾ ਗੁੱਸਾ ਆਇਆ ਵੀ ਇਹਨਾਂ ਸਾਧੂਆਂ ਨੇ ਤਾਂ ਸਾਡੇ ਚਰਚ ਖਾਲੀ ਕਰ ਦਿੱਤੇ ਆ। ਹੁਣ ਹੋਵੇ ਨਾ ਹੋਵੇ, ਮੈਨੂੰ ਉੱਥੇ ਜਾਣਾ ਹੀ ਪਊਗਾ, ਉਹਨਾਂ ਨੂੰ ਸਬਕ ਸਿਖਾਉਣਾ ਹੀ ਪਊਗਾ। ਉਹਨੇ ਆਪਦੀ ਜਿਹੜੀ ਡਰੈਸ ਹੁੰਦੀ ਆ ਪਾਦਰੀਆਂ ਦੀ, ਸੋਨੇ ਦਾ ਇੱਕ ਤਰ੍ਹਾਂ ਦਾ ਜਿਹੜਾ ਤਾਜ ਜਿਹਾ ਹੁੰਦਾ, ਉਹ ਸਿਰ 'ਤੇ ਪਹਿਨ ਲਿਆ। ਸੋਨੇ ਦਾ ਤਾਜ ਹੁੰਦਾ, ਹੱਥ ਵਿੱਚ ਸੋਨੇ ਦੀ ਛੜੀ, ਇੱਕ ਡੰਡਾ ਹੁੰਦਾ, ਉਹ ਫੜ ਲਿਆ। ਪਾਦਰੀ ਅਕਸਰ ਹੀ ਇੱਦਾਂ ਕਰਦੇ ਆ, ਸੋਹਣੇ ਚਮਕਦਾਰ ਕੱਪੜੇ ਪਾਏ ਆ, ਤੇ ਚਲਿਆ ਗਿਆ। ਇੱਕ ਨਦੀ ਕਿਨਾਰੇ ਸਾਧੂ ਬੈਠੇ ਹੋਏ ਸੀਗੇ, ਉੱਥੇ ਪਹੁੰਚ ਗਿਆ। ਉੱਥੇ ਜਾ ਕੇ ਕਿਹਾ ਵੀ ਤੁਸੀਂ ਹੀ ਉਹ ਬੰਦੇ ਹੋ, ਸਾਧੂ ਹੋ, ਤੁਸੀਂ ਹੀ ਉਹ ਸੰਤ ਹੋ ਜਿਨ੍ਹਾਂ ਨੂੰ ਲੋਕ ਮੰਨਦੇ ਆ ਤੇ ਚਰਚ 'ਚ ਨਹੀਂ ਆਉਂਦੇ। ਉਹ ਕਹਿਣ ਲੱਗੇ, ਨਹੀਂ ਜੀ, ਅਸੀਂ ਤਾਂ ਕੋਈ ਸੰਤ ਨਹੀਂ ਹੈਗੇ, ਤੁਹਾਨੂੰ ਕੋਈ ਭੁਲੇਖਾ ਵਾ। ਲੋਕ ਇੱਦਾਂ ਸਾਨੂੰ ਕਹਿ ਦਿੰਦੇ ਆ, ਪਰ ਅਸੀਂ ਆਪਦੇ ਆਪ ਨੂੰ ਸੰਤ ਨਹੀਂ ਮੰਨਦੇ। ਇਹ ਉਹਨਾਂ ਦੀ ਨਿਮਰਤਾ ਸੀਗੀ। ਗੁਰਬਾਣੀ ਦਾ ਫਰਮਾਨ ਹੈ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਜਿਹੜੇ ਬੰਦੇ ਵਿੱਚ ਨਿਮਰਤਾ ਹੋਵੇ, ਉਹ 'ਚ ਗੁਣ ਵੀ ਹੁੰਦੇ ਆ। ਨਿਮਰਤਾ ਜਿਹੜੀ ਆ, ਉਹ ਗੁਣਾਂ ਦਾ ਨਿਚੋੜ ਹੀ ਆ, ਤਾਤੀ ਆ, ਅਰਕ ਹੀ ਆ। ਤਾਂ ਇਵੇਂ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਆਪਦੇ ਆਪ ਨੂੰ ਸਾਧੂ ਨਹੀਂ ਕਦੇ ਕਹਾਇਆ, ਲੋਕ ਹੀ ਕਹਿੰਦੇ ਆ। ਅਸੀਂ ਤਾਂ ਲੋਕਾਂ ਨੂੰ ਕਹਿੰਦੇ ਸਾਡੇ ਕੋਲ ਨਾ ਆਓ, ਪਰ ਉਹ ਕਿਵੇਂ ਨਾ ਕਿਵੇਂ ਰੋਜ਼ ਸਾਡੇ ਕੋਲ ਵੱਡੀ ਗਿਣਤੀ ਵਿੱਚ ਆ ਰਹੇ ਆ। ਜਿੰਨਾ ਅਸੀਂ ਹਟਾਉਂਦੇ ਆ, ਓਨਾ ਹੀ ਉਹ ਵੱਧ ਆਉਂਦੇ ਆ। ਪਾਦਰੀ ਜੀ, ਇਹਦੇ ਵਿੱਚ ਸਾਡਾ ਕੋਈ ਦੋਸ਼ ਨਹੀਂ ਹੈ, ਉਹੀ ਸਾਨੂੰ ਸੰਤ ਕਹਿੰਦੇ ਆ। ਅਸੀਂ ਤਾਂ ਆਪਣੇ ਆਪ ਨੂੰ ਸੰਤ ਨਹੀਂ ਕਹਿੰਦੇ, ਸਾਧੂ ਨਹੀਂ ਕਹਿੰਦੇ। ਤਾਂ ਇਵੇਂ ਉਹਨਾਂ ਨੇ ਸਿੱਧਾ ਸਾਦਾ ਭੋਲੇ ਭਾਅ ਦੇ ਨਾਲ ਜਵਾਬ ਦਿੱਤਾ। ਉਹ ਕਹਿਣ ਲੱਗੇ, ਪਾਦਰੀ ਜੀ, ਅਸੀਂ ਤਾਂ ਇਕਾਂਤ ਵਿੱਚ ਰਹਿਣਾ ਪਸੰਦ ਕਰਦੇ ਹਾਂ, ਇਕੱਲੇ। ਸਾਨੂੰ ਤਾਂ ਭੀੜ ਚੰਗੀ ਨਹੀਂ ਲੱਗਦੀ, ਕਿਉਂਕਿ ਆਪਾਂ ਵੇਖਦੇ ਹਾਂ ਅਕਸਰ ਸਾਧੂ ਸੰਤ ਹੁੰਦੇ ਆ, ਕੁਝ ਸਮਾਂ ਇਕਾਂਤ ਵਸ ਹੋ ਕੇ ਰਹਿੰਦੇ ਆ। ਫਿਰ ਭਾਵੇਂ ਉਹ ਸਿੱਖਿਆ ਦੇਣ ਲਈ ਲੋਕਾਂ ਨੂੰ ਆ ਜਾਣ, ਪਰ ਹੁੰਦੇ ਇਕਾਂਤ ਵਾਸੀ ਆ। ਤਾਂ ਇਵੇਂ ਹੀ ਉੱਥੇ ਹੋਇਆ। ਫਿਰ ਉਹ ਪਾਦਰੀ ਬੜਾ ਖੁਸ਼ ਹੋਇਆ ਵੀ ਇਹਨਾਂ ਨੂੰ ਤਾਂ ਅੱਜ ਮੈਂ ਸਬਕ ਸਿਖਾ ਕੇ ਹੀ ਜਾਊਂਗਾ, ਇੱਕ ਕਤਾਰ ਵਿੱਚ ਬਿਠਾ ਕੇ ਹੀ ਜਾਊਂਗਾ, ਭਾਵ ਕੱਢ ਦੂੰਗਾ ਇਹਨਾਂ ਨੂੰ ਇੱਥੋਂ ਬਾਹਰ। ਉਹਦੇ ਮਨ 'ਚ ਗੁੱਸਾ ਸੀਗਾ ਵੀ ਸਾਡੀ ਚਰਚ ਬੰਦ ਹੋ ਰਹੀ ਆ। ਫਿਰ ਪਾਦਰੀ ਉਹਨਾਂ ਨੂੰ ਪੁੱਛਣ ਲੱਗਾ, ਤੁਸੀਂ ਇੱਥੇ ਬੈਠੇ ਨਦੀ ਕਿਨਾਰੇ ਆ, ਦਰਖਤ ਥੱਲੇ ਬਹਿ ਜਾਂਦੇ ਆ, ਕੀ ਕਰਦੇ ਆ? ਉਹ ਕਹਿਣ ਲੱਗੇ, ਜੀ ਅਸੀਂ ਇੱਥੇ ਬੈਠ ਕੇ ਬਸ ਪ੍ਰਾਰਥਨਾ ਕਰਦੇ ਆ, ਰੱਬ ਅੱਗੇ ਅਰਦਾਸ ਕਰਦੇ ਆ, ਦੁਆ ਕਰਦੇ ਆ। ਫਿਰ ਪਾਦਰੀ ਨੇ ਅਗਲਾ ਸਵਾਲ ਪੁੱਛਿਆ ਕਿ ਤੁਹਾਡੀ ਬਾਈਬਲ ਕਿੱਥੇ ਆ? ਉਹਨਾਂ ਨੇ ਨੀਵੀਂ ਪਾ ਲਈ, ਜ਼ਮੀਨ ਵੱਲ ਦੇਖਣ ਲੱਗ ਗਏ। ਫਿਰ ਉਹ ਕਹਿੰਦੇ, ਜੀ ਅਸੀਂ ਪੜ੍ਹੇ ਲਿਖੇ ਨਹੀਂ, ਬਾਈਬਲ ਵੀ ਜੇ ਸਾਡੇ ਕੋਲ ਹੋਵੇ, ਅਸੀਂ ਪੜ੍ਹੇ ਲਿਖੇ ਨਹੀਂ, ਅਨਪੜ੍ਹ ਹਾਂ ਬਿਲਕੁਲ, ਸਾਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ। ਪਾਦਰੀ ਬੜਾ ਖੁਸ਼ ਹੋਈ ਜਾਂਦਾ
ਕਿ ਦੇਖੋ ਇਹਨਾਂ ਨੂੰ ਤਾਂ ਪੜ੍ਹਨਾ ਲਿਖਣਾ ਹੀ ਨਹੀਂ ਆਉਂਦਾ, ਹੁਣ ਤਾਂ ਮੈਂ ਇਹਨਾਂ ਨੂੰ ਆਸਾਨੀ ਨਾਲ ਜਿੱਤ ਲੂੰਗਾ। ਪਰ ਬਾਣੀ ਵਿੱਚ ਵੀ ਇਹ ਗੱਲ ਲਿਖੀ ਆ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਨ ਪੜ੍ਹਿਆ ਪਰਮਗਤ ਪਾਵੇ। ਜਿਹੜਾ ਬੰਦਾ ਭਾਵੇਂ ਪੜ੍ਹਿਆ ਲਿਖਿਆ ਨਾ ਵੀ ਹੋਵੇ, ਜੇ ਉਹ ਰੱਬ ਨੂੰ ਚੇਤੇ ਕਰਦਾ, ਉਹ ਪੜ੍ਹੇ ਲਿਖੇ ਤੋਂ ਉੱਪਰ ਹੋ ਜਾਂਦਾ ਹੈ। ਪਾਦਰੀ ਸੋਚਣ ਲੱਗਾ ਵੀ ਇਹ ਬੰਦੇ ਅਨਪੜ੍ਹ ਆ, ਤਾਂ ਵੀ ਇੰਨੇ ਪਿੰਡ ਨੂੰ ਸ਼ਹਿਰ ਨੂੰ ਪਿੱਛੇ ਲਾਈ ਫਿਰਦੇ ਆ, ਹੁਣ ਤਾਂ ਮੈਂ ਇਹਨਾਂ ਨੂੰ ਆਸਾਨੀ ਨਾਲ ਹਰਾ ਦੂੰਗਾ, ਕਿਵੇਂ ਨਾ ਕਿਵੇਂ ਮਲੀਆ ਮੇਟ ਕਰ ਦੂੰ ਇਹਨਾਂ ਦਾ। ਉਹ ਹੰਕਾਰ ਦੇ ਵਿੱਚ ਆ, ਹਉਮੈ ਦੇ ਵਿੱਚ ਆ। ਫਿਰ ਉਹ ਕਹਿੰਦੇ ਤੁਸੀਂ ਪ੍ਰਾਰਥਨਾ ਤਾਂ ਕਰਦੇ ਹੋਵੋਗੇ ਜਿਹੜੀ ਚਰਚ ਵਿੱਚ ਹੁੰਦੀ ਆ, ਉਹ ਤਾਂ ਤੁਹਾਨੂੰ ਕੰਠ ਹੋ ਹੀ ਗਈ ਹੋਣੀ ਆ ਸੁਣ ਸੁਣ ਕੇ। ਚਲੋ ਪੜ੍ਹਨਾ ਲਿਖਣਾ ਤੁਹਾਨੂੰ ਤਿੰਨਾਂ ਨੂੰ ਆਉਂਦਾ ਨਹੀਂ, ਸੁਣ ਸੁਣ ਕੇ ਤਾਂ ਬੰਦਾ ਯਾਦ ਕਰ ਲੈਂਦਾ। ਉਹਨਾਂ ਨੇ ਤਿੰਨਾਂ ਨੇ ਫਿਰ ਨੀਵੀਂ ਪਾ ਲਈ, ਕਹਿੰਦੇ ਨਹੀਂ ਜੀ ਸਾਨੂੰ ਤਾਂ ਇਹ ਅਰਦਾਸ ਵੀ ਯਾਦ ਨਹੀਂ ਜਿਹੜੀ ਚਰਚ ਵਿੱਚ ਕੀਤੀ ਜਾਂਦੀ ਆ। ਫਿਰ ਉਹ ਕਹਿਣ ਲੱਗਾ ਕੀ ਤੁਹਾਨੂੰ ਉਹ ਅਰਦਾਸ ਵੀ ਯਾਦ ਨਹੀਂ? ਬੜੇ ਹੀ ਉਹਨੇ ਭਾਵ ਹੈਰਾਨੀਜਨਕ ਹੋ ਕੇ ਪੁੱਛਿਆ, ਕਮਾਲ ਦੀ ਗੱਲ ਹੋ ਗਈ, ਕਾਹਦੇ ਤੁਸੀਂ ਸਾਧੂ ਆ, ਲੋਕਾਂ ਨੂੰ ਪਿੱਛੇ ਲਾਈ ਫਿਰਦੇ ਆ। ਫਿਰ ਉਹ ਕਹਿੰਦੇ ਤੁਸੀਂ ਇੱਥੇ ਬੈਠੇ ਅਰਦਾਸ ਕਿਵੇਂ ਕਰਦੇ ਹੋ? ਉਹ ਕਹਿਣ ਲੱਗੇ, ਤਿੰਨਾਂ ਨੇ ਜਵਾਬ ਦਿੱਤਾ ਵੀ ਅਸੀਂ ਇੱਥੇ ਬੈਠੇ ਅਰਦਾਸ ਕਰ ਦਿੰਦੇ ਆ, ਪਰ ਤੁਹਾਡੀ ਚਰਚ ਦੀ ਅਰਦਾਸ ਲੰਮੀ ਚੌੜੀ ਆ, ਉਹ ਸਾਨੂੰ ਯਾਦ ਨਹੀਂ ਹੋ ਸਕਦੀ ਕਦੇ ਵੀ। ਉਹ ਸਾਨੂੰ ਜੇ ਅਸੀਂ ਕਰਾਂਗੇ ਵਿੱਚੋਂ ਭੁੱਲ ਜਾਵਾਂਗੇ, ਫਿਰ ਗਲਤ ਹੋਊਗੀ, ਤਾਂ ਹੀ ਅਸੀਂ ਇਹ ਚਰਚ ਵਾਲੀ ਅਰਦਾਸ ਤਾਂ ਕਰਦੇ ਹੀ ਨਹੀਂ ਹੈਗੇ। ਇਸ ਕਰਕੇ ਅਸੀਂ ਆਪਦੀ ਇੱਕ ਅਰਦਾਸ ਬਣਾਈ ਹੋਈ ਆ, ਖੁਦ ਦੀ ਆਪਣੇ ਆਪ ਹੀ ਅਰਦਾਸ ਕਰਦੇ ਆ, ਉਹ ਚਰਚ ਵਾਲੀ ਅਰਦਾਸ ਅਸੀਂ ਨਹੀਂ ਕਰਦੇ। ਪਾਦਰੀ ਗੁੱਸੇ 'ਚ ਆ ਕੇ ਕਹਿਣ ਲੱਗਾ ਵੀ ਤੁਸੀਂ ਕਿਵੇਂ ਆਪਦੀ ਅਰਦਾਸ ਬਣਾ ਲਓਗੇ, ਤੁਸੀਂ ਅਨਪੜ੍ਹ ਗਵਾਰ ਹੋ, ਜਿਹੜੀ ਉੱਥੇ ਚਰਚ ਵਿੱਚ ਕੀਤੀ ਜਾਂਦੀ ਹੈ ਉਹਨੂੰ ਹੀ ਮਾਨਤਾ ਦਿੰਦੇ ਅਸੀਂ। ਫਿਰ ਇਹਨਾਂ ਨੇ ਕਿਹਾ ਵੀ ਸਾਡੇ ਤੋਂ ਵੱਡੀ ਭੁੱਲ ਹੋ ਗਈ ਆ, ਅਸੀਂ ਅਨਪੜ੍ਹ ਗਵਾਰ ਹਾਂ, ਤੁਸੀਂ ਸਾਨੂੰ ਸਿਖਾ ਦਿਓ ਅਰਦਾਸ ਕਿਵੇਂ ਕਰਨੀ ਆ, ਅਸੀਂ ਅੱਜ ਤੋਂ ਬਾਅਦ ਉੱਦਾਂ ਹੀ ਕਰ ਲਿਆ ਕਰਾਂਗੇ। ਇੰਨੀ ਨਿਮਰਤਾ ਦੇ ਨਾਲ ਤਿੰਨੇ ਸਾਧੂ ਕਹਿਣ ਲੱਗੇ ਆ। ਪਾਦਰੀ ਮਨ 'ਚ ਸੋਚਣ ਲੱਗਾ ਵੀ ਇਹਨਾਂ ਦੀ ਅਰਦਾਸ ਤਾਂ ਸੁਣਾ ਮੈਂ ਕਿੱਦਾਂ ਕਰਦੇ ਆ। ਉਹਨੇ ਕਿਹਾ ਪਹਿਲਾਂ ਤੁਸੀਂ ਆਪਦੀ ਅਰਦਾਸ ਸੁਣਾਓ। ਸਾਧੂ ਕਹਿਣ ਲੱਗੇ ਨਹੀਂ ਜੀ ਨਹੀਂ, ਅਸੀਂ ਤੁਹਾਡੇ ਚਰਨਾਂ 'ਤੇ ਸਿਨਮਰ ਹੋ ਕੇ ਬੇਨਤੀ ਕਰਦੇ ਹਾਂ ਵੀ ਅਸੀਂ ਆਪਦੀ ਅਰਦਾਸ ਨਹੀਂ ਸੁਣਾਉਣੀ, ਤੁਸੀਂ ਸਾਨੂੰ ਆਪਦੀ ਅਰਦਾਸ ਸੁਣਾਓ, ਉਹ ਅਸੀਂ ਸਿੱਖਾਂਗੇ, ਇਹ ਸਾਥੋਂ ਭੁੱਲ ਹੋ ਗਈ ਆ। ਪਾਦਰੀ ਕਹਿੰਦਾ ਨਹੀਂ ਨਹੀਂ, ਪਾਦਰੀ ਜਿੱਦੀ ਸੀਗਾ, ਅੜੀਅਲ ਸੁਭਾਅ ਦਾ ਸੀ, ਕਹਿੰਦਾ ਤੁਸੀਂ ਮੈਨੂੰ ਸੁਣਾਓ ਇਹ, ਫਿਰ ਮੈਂ ਤੁਹਾਨੂੰ ਦੱਸੂਗਾ ਵੀ ਕੀ ਸਹੀ ਆ ਕੀ ਗਲਤ ਆ। ਉਹ ਕਹਿਣ ਲੱਗੇ ਪਾਦਰੀ ਜੀ ਜੇ ਅਸੀਂ ਤੁਹਾਨੂੰ ਆਪਣੀ ਅਰਦਾਸ ਸੁਣਾ ਦਿੰਦੇ ਆ ਨਾ, ਤੁਸੀਂ ਸੁਣ ਕੇ ਹੱਸੋਗੇ। ਪਾਦਰੀ ਕਹਿਣ ਲੱਗਾ ਖਿੱਝ ਕੇ ਵੀ ਨਹੀਂ ਮੈਂ ਕਿਉਂ ਹੱਸੂੰਗਾ, ਤੁਸੀਂ ਸੁਣਾਓ ਤਾਂ ਸਹੀ ਇੱਕ ਵਾਰੀ, ਫਿਰ ਦਿੰਨੇ ਅੱਗੇ ਕੀ ਹੁੰਦਾ। ਤਾਂ ਪਾਦਰੀ ਦੇ ਵਿੱਚ ਕਰਿਓਸਿਟੀ ਆ, ਉਤਸੁਕਤਾ, ਮੈਂ ਛੇਤੀ ਇਹਨਾਂ ਦੀ ਅਰਦਾਸ ਸੁਣਾ। ਕਹਿੰਦੇ ਜੀ ਸੁਣੋ ਫਿਰ ਅਰਦਾਸ ਸਾਡੀ ਕਿਵੇਂ ਅਸੀਂ ਕਰਦੇ ਹਾਂ। ਈਸਾਈ ਧਰਮ ਦੇ ਵਿੱਚ ਪਰਮਾਤਮਾ ਦੇ 3 ਰੂਪ ਮੰਨੇ ਜਾਂਦੇ ਆ, ਅਤੇ ਇਸ ਕਰਕੇ ਅਸੀਂ ਕਹਿੰਦੇ ਹਾਂ ਅਸੀਂ ਵੀ 3 ਆ, ਪਰਮਾਤਮਾ ਜੀ ਤੁਸੀਂ ਵੀ 3 ਹੋ, ਬਣਾਉਣ ਵਾਲੇ, ਜਨਮ ਦੇਣ ਵਾਲੇ, ਰਿਜ਼ਕ ਦੇਣ ਵਾਲੇ, ਮਾਰਨ ਵਾਲੇ, ਭਾਵ ਕਿ 3 ਰੂਪ ਆ ਤੁਹਾਡੇ। ਅਸੀਂ ਵੀ 3 ਤੁਸੀਂ ਵੀ 3 ਆ, ਸਾਡੇ ਤਿੰਨਾਂ 'ਤੇ ਕਿਰਪਾ ਕਰੋ, ਹਮ ਵੀ 3 ਤੁਮ ਵੀ 3, ਹਮ ਪਰ ਦਇਆ ਕਰੋ। ਇਸ ਤਰ੍ਹਾਂ ਦੀ ਅਰਦਾਸ ਅਸੀਂ ਕਰਦੇ ਹਾਂ। ਪਾਦਰੀ ਸੁਣ ਕੇ ਹੱਸ ਪਿਆ। ਪਾਦਰੀ ਇਹ ਗੱਲ ਸੁਣ ਕੇ ਮਨ ਹੀ ਮਨ ਹੱਸਣ ਲੱਗਾ, ਕਹਿਣ ਲੱਗਾ ਕਿੰਨੇ ਬੇਵਕੂਫ ਲੋਕ ਆ, ਇਹਨਾਂ ਨੂੰ ਤਾਂ ਅਰਦਾਸ ਵੀ ਕਰਨੀ ਨਹੀਂ ਆਉਂਦੀ, ਬਿਲਕੁਲ ਵੀ ਨਹੀਂ ਆਉਂਦੀ। ਫਿਰ ਪਾਦਰੀ ਨੇ ਆਪਦੀ ਅਰਦਾਸ ਸੁਣਾਈ ਆ। ਪਹਿਲੀ ਵਾਰੀ ਉਹ ਕਹਿੰਦੇ ਇੱਕ ਵਾਰੀ ਹੋਰ, ਦੂਜੀ ਵਾਰੀ ਕਹਿੰਦੇ ਇੱਕ ਵਾਰੀ ਹੋਰ ਸੁਣਾਓ, ਤੀਜੀ ਵਾਰੀ, ਚੌਥੀ ਵਾਰੀ, ਵਾਰ-ਵਾਰ ਉਹ ਅਰਦਾਸ ਸੁਣਦੇ ਆ। ਪਾਦਰੀ ਫਿਰ ਕਹਿਣ ਲੱਗਾ ਤੁਸੀਂ ਚਰਚ ਆਇਆ ਕਰੋ, ਨਾਲੇ ਤੁਹਾਨੂੰ ਅਰਦਾਸ ਚੇਤੇ ਹੋ ਜੂਗੀ ਅਤੇ ਨਾਲੇ ਤੁਹਾਡੀ ਜ਼ਿੰਦਗੀ ਬਣ ਜੂਗੀ। ਪਾਦਰੀ ਨੇ ਇੰਨੀਆਂ ਗੱਲਾਂ ਕਹਿੰਦੇ ਹੋਏ ਉੱਥੋਂ ਵਿਦਾ ਲਈ ਆ। ਆਪਦੀ ਹਉਮੈ ਜਿਹੜੀ ਸੀ ਉੱਥੇ ਸਾਰੀ ਪਸਾਰਾ ਕਰ ਦਿੱਤਾ, ਦਿਖਾ ਦਿੱਤਾ ਮੈਂ ਕੀ ਆ, ਮੈਂ ਕੌਣ ਆ। ਤਾਂ ਹਮੇਸ਼ਾ ਜਿਹੜਾ ਇਹੋ ਜਿਹਾ ਹੰਕਾਰ ਵਾਲਾ ਬੰਦਾ ਹੁੰਦਾ, ਛੋਟੇ ਲੋਕਾਂ ਨੂੰ ਲੱਭਦਾ ਵੀ ਮੈਂ ਵੱਡਾ ਦਿਖਾਂ, ਵੱਡਾ ਬਣ ਗਿਆ। ਕਹਿੰਦਾ ਤੁਸੀਂ ਚਰਚ ਆਇਆ ਕਰੋ, ਮੈਂ ਲੋਕਾਂ ਨੂੰ ਕਹਿ ਕੇ ਤੁਹਾਨੂੰ ਮਾफ़ ਕਰਵਾ ਦੂੰਗਾ। ਇਹ ਸਾਰੀਆਂ ਗੱਲਾਂ ਫਿਰ ਕਹਿ ਦਿੱਤੀਆਂ ਗੁਰਮੁਖ ਪਿਆਰਿਓ, ਅਤੇ ਆਪ ਉੱਥੇ ਨਦੀ ਵਿੱਚ ਕਿਸ਼ਤੀ ਲਿਆਂਦੀ ਹੋਈ ਸੀ, ਉਹ 'ਚ ਬਹਿ ਕੇ ਸਵਾਰ ਹੋ ਕੇ ਚਲਾ ਗਿਆ। ਹਜੇ ਰਸਤੇ 'ਚ ਹੀ ਪਹੁੰਚਿਆ, ਅੱਧ ਵਿੱਚ ਉਹਨੂੰ ਆਵਾਜ਼ਾਂ ਸੁਣਾਈ ਦਿੱਤੀਆਂ ਪਿੱਛੋਂ। ਉਹਨੇ ਪਿੱਛੇ ਜਦੋਂ ਝਾਕਿਆ ਨਾ, ਦੇਖਿਆ ਉਹਦੀਆਂ ਅੱਖਾਂ ਅੱਡੀਆਂ ਰਹਿ ਗਈਆਂ, ਹੈਰਾਨ ਰਹਿ ਗਿਆ। ਇਹ ਤਿੰਨੇ ਸਾਧੂ ਆ ਰਹੇ ਆ, ਪਾਣੀ 'ਤੇ ਤੁਰ ਰਹੇ ਆ, ਇਉਂ ਤੁਰ ਰਹੇ ਆ ਜਿਵੇਂ ਆਪਾਂ ਜ਼ਮੀਨ 'ਤੇ ਤੁਰਦੇ ਆ। ਕਮਾਲ ਹੋ ਗਈ, ਹੱਦ ਹੋ ਗਈ, ਹੈਰਾਨ ਹੋ ਗਿਆ ਕਿ ਇਹਨਾਂ ਕੋਲ ਏਡੀ ਕਲਾ ਕਿਵੇਂ ਆ ਗਈ ਆ। ਉਹ ਪਾਣੀ 'ਤੇ ਤੁਰ ਕੇ ਜਦੋਂ ਆਏ ਨਾ ਪਾਦਰੀ ਕੋਲ, ਕਹਿਣ ਲੱਗੇ ਪਾਦਰੀ ਜੀ ਕਿਰਪਾ ਕਰਕੇ ਇੱਕ ਵਾਰੀ ਅਰਦਾਸ ਹੋਰ ਸੁਣਾਇਓ, ਅਸੀਂ ਭੁੱਲ ਗਏ। ਕਿਉਂਕਿ ਇਹ ਵਿਚਾਲੜਲਾ ਸਾਧੂ ਕਹਿ ਰਿਹਾ ਵੀ ਇਸ ਤਰ੍ਹਾਂ ਵਾ, ਮੈਂ ਕਹਿ ਰਿਹਾ ਇਸ ਤਰ੍ਹਾਂ ਵਾ, ਸਾਡੇ ਤਿੰਨਾਂ ਵਿੱਚ ਥੋੜ੍ਹੀ ਜੀ ਨਾ ਬਹਿਸ ਆਏ ਗੱਲ ਨੂੰ ਲੈ ਕੇ ਵੀ ਪਾਦਰੀ ਜੀ ਇੱਦਾਂ ਬੋਲ ਕੇ ਗਏ ਆ, ਤਾਂ ਕਿਰਪਾ ਕਰਿਓ ਜਲਦੀ ਦੱਸਿਓ।
ਫਿਰ ਪਾਦਰੀ ਤਾਂ ਬੜਾ ਹੈਰਾਨ ਹੋ ਗਿਆ ਵੀ ਪਾਣੀ ਤੇ ਤੁਰ ਕੇ ਆ ਗਏ, ਕਮਾਲ ਹੋ ਗਈ। ਫਿਰ ਪਾਦਰੀ ਨੇ ਜਦੋਂ ਹੰਕਾਰ ਟੁੱਟਿਆ, ਉਹ ਨਿਮਰਤਾ ਵਿੱਚ ਆ ਗਿਆ, ਪੈਰ ਫੜ ਲਏ ਤਿੰਨਾਂ ਸਾਧੂਆਂ ਦੇ, ਕਹਿਣ ਲੱਗਾ ਜੀ ਮੈਨੂੰ ਮਾਫ਼ ਕਰ ਦਿਓ, ਮੇਰੀ ਅਰਦਾਸ ਤਾਂ ਝੂਠੀ ਆ, ਤੁਹਾਡੀ ਅਰਦਾਸ ਬਿਲਕੁਲ ਸੱਚੀ ਆ। ਮੈਂ ਜੋ ਕਿਹਾ ਸਾਰਾ ਕੁਝ ਹੀ ਭੁਲਾ ਦਿਓ, ਕਿਉਂਕਿ ਮੈਂ ਹਉਮੈ ਵਿੱਚ ਆ ਕੇ ਕਿਹਾ, ਹਰ ਜੀਉ ਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵੇ। ਗੁਰਮੁਖ ਪਿਆਰਿਓ, ਬਾਣੀ ਵੀ ਕਹਿੰਦੀ ਆ ਵੀ ਹੰਕਾਰ ਇੱਕ ਵਿਕਾਰ ਆ, ਇਹਦਾ ਤੇ ਗੁਰੂ ਨਾਲ ਕੋਈ ਮੇਲ ਹੀ ਨਹੀਂ ਹੈਗਾ। ਜੇ ਬੰਦੇ 'ਚ ਹਉਮੈ ਆ, ਉਹ ਬੰਦੇ ਦਾ ਗੁਰੂ ਨਾਲ ਮਿਲਾਪ ਨਹੀਂ ਹੋ ਸਕਦਾ। ਅਸਲ ਦੇ ਵਿੱਚ ਤੁਹਾਡੀ ਪ੍ਰਾਰਥਨਾ ਹੀ ਸ੍ਰੇਸ਼ਟ ਆ। ਮੇਰੀ ਪ੍ਰਾਰਥਨਾ, ਉਹ ਪਾਦਰੀ ਕਹਿਣ ਲੱਗਾ ਵੀ ਇਹ ਤਾਂ ਮੈਂ ਭਾਵੇਂ ਸ਼ਬਦਾਂ ਦਾ ਇੱਕ ਜਾਲ ਹੀ ਆ, ਤੁਹਾਡੀ ਪ੍ਰਾਰਥਨਾ ਅਸਲ ਆ ਜਿਹੜੀ ਕਬੂਲ ਹੋ ਗਈ। ਅੱਜ ਤੋਂ ਬਾਅਦ ਮੈਂ ਵੀ ਤੁਹਾਡੇ ਵਾਲੀ ਅਰਦਾਸ ਕਰਿਆ ਕਰੂੰਗਾ। ਇਵੇਂ ਉਹ ਪਾਦਰੀ ਫਿਰ ਬਹੁਤ ਸਨਿਮਰ ਹੋ ਗਿਆ। ਪਰ ਉਹ ਜਿਹੜੇ ਸਾਧੂ ਸੀਗੇ ਬੜੀ ਨਿਮਰਤਾ 'ਚ ਸੀਗੇ। ਉਹਨਾਂ ਨੇ ਕਿਹਾ ਭਾਈ ਕੋਈ ਗੱਲ ਨਹੀਂ, ਵੀ ਅਸੀਂ ਤਾਂ ਕੌਣ ਹੁੰਨੇ ਤੈਨੂੰ ਮਾਫ਼ ਕਰਨ ਵਾਲੇ। ਫਿਰ ਉਹਨੇ ਕਿਹਾ ਵੀ ਨਹੀਂ, ਤੁਸੀਂ ਨਿਮਰਤਾ ਦੇ ਨਾਲ ਜਿੱਤ ਲਿਆ। ਇਸ ਕਰਕੇ ਨਿਮਰਤਾ ਨਾਲ ਹਰ ਚੀਜ਼ ਜਿੱਤੀ ਜਾ ਸਕਦੀ ਆ। ਨੀਵੇਂ ਹੋ ਕੇ ਸਦਾ ਹੀ ਬੰਦੇ ਨੂੰ ਫਲ ਲੱਗਦੇ ਆ, ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਉੱਚਾ ਹੋ ਕੇ ਮਾਣ ਨਾ ਕਰੀ। ਤਾਂ ਇਹ ਇੱਕ ਅਖਾਣ ਵੀ ਸੀਗੀ ਗੁਰਮੁਖ ਪਿਆਰਿਓ। ਤਾਂ ਇਹ ਜਿਹੜੀ ਲਿਓ ਟਾਲਸਟਾਏ ਦੀਆਂ ਕਹਾਣੀਆਂ ਵਿੱਚੋਂ ਇੱਕ ਕਹਾਣੀ ਆਪ ਜੀ ਨੇ ਸਾਂਝੀ ਕੀਤੀ ਆ। ਬਹੁਤ ਵੱਡੇ ਵਿਦਵਾਨ ਹੋਏ ਆ ਅਤੇ ਉਹਨਾਂ ਨੇ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ। ਤਾਂ ਮੈਂ ਆਪ ਜੀ ਨੂੰ ਕਹੂੰਗਾ, ਇਹ ਜਿਹੜੀ ਕਹਾਣੀ ਆ, ਇਹਦੇ ਵਿੱਚੋਂ ਭਾਵੇਂ ਇੱਦਾਂ ਦਾ ਕੁਝ ਵੀ ਨਹੀਂ ਹੋਇਆ ਹੋਵੇ, ਪਾਣੀ 'ਤੇ ਜਾਦੂਗਰ ਵੀ ਤੁਰ ਲੈਂਦੇ ਆ, ਪਰ ਇੱਥੇ ਆਪਾਂ ਸਾਧੂਆਂ ਦੀ ਨਿਮਰਤਾ ਹੀ ਦੇਖਣੀ ਆ। ਕਿੰਨੀ ਉਹਨਾਂ 'ਚ ਨਿਮਰਤਾ ਸੀਗੀ, ਜਿਹਦੇ ਨਾਲ ਇੱਕ ਪਾਦਰੀ ਦੇ ਹੰਕਾਰ ਨੂੰ ਉਹਨਾਂ ਨੇ ਢਾਹ ਦਿੱਤਾ। ਤਾਂ ਸਤਿਗੁਰੂ ਮਹਾਰਾਜ ਜੀ ਸਦਾ ਹੀ ਕਹਿੰਦੇ ਆ ਵੀ ਤੱਕੜੀ ਜਿਹੜੀ ਆ ਨਿਵੈ ਸੁਗੌਰਾ ਹੋਏ। ਇਹਦੇ ਦੋ ਪੱਲੜੇ ਹੁੰਦੇ ਆ ਨਾ, ਜਿਹੜੇ ਪੱਲੜੇ ਵਿੱਚ ਕੁਝ ਹੋਵੇ ਉਹ ਪੱਲੜਾ ਨੀਵਾਂ ਹੁੰਦਾ, ਜਿਹੜਾ ਖਾਲੀ ਹੋਵੇ ਤਾਂ ਨੂੰ ਹੋ ਜਾਂਦਾ। ਗੁਣਾਂ ਵਾਲੇ ਬੰਦੇ ਹਮੇਸ਼ਾ ਨੀਵੇਂ ਹੁੰਦੇ ਆ। ਪਾਦਰੀ ਕਿੰਨਾ ਹਉਮੈ ਨਾਲ ਭਰਿਆ ਹੋਇਆ ਸੀਗਾ, ਲਿਬੜਿਆ ਹੋਇਆ ਸੀਗਾ, ਪਰ ਦੇਖੋ ਗੁਰੂ ਦੀ ਕਿੱਡੀ ਕਿਰਪਾ ਹੋ ਗਈ ਉਹਦੇ 'ਤੇ, ਬਖਸ਼ਿਸ਼ ਕਿੱਡੀ ਹੋ ਗਈ। ਬਾਅਦ ਵਿੱਚ ਉਹਦਾ ਜੀਵਨ ਜਿਹੜਾ ਕਿਵੇਂ ਬਦਲ ਗਿਆ। ਤਾਂ ਇਹ ਸਾਧੂਆਂ ਦੀ ਕਹਾਣੀ ਆ। ਸਾਧੂਆਂ ਦਾ ਸਬਰ ਬਹੁਤ ਵੱਡਾ ਹੁੰਦਾ। ਕਿਹਾ ਜਾਂਦਾ ਵੀ ਇੱਕ ਕੰਬਲ ਵਿੱਚ 3-4 ਫੱਕਰ ਬੰਦੇ ਸੌਂ ਸਕਦੇ ਆ, ਪਰ ਮਹਿਲ ਜਿੱਡਾ ਮਕਾਨ ਹੋਵੇ ਉਹ 'ਚ 2 ਬੰਦੇ ਨਹੀਂ ਰਹਿ ਸਕਦੇ। ਨਿੱਕੀ ਜਿਹੀ ਖੁੱਡ ਵਿੱਚ ਹਜ਼ਾਰਾਂ ਕੀੜੀਆਂ ਰਹਿ ਲੈਂਦੀਆਂ, ਬੰਦੇ ਤੋਂ ਨਹੀਂ ਰਿਹਾ ਜਾਂਦਾ। ਮਹਿਲ ਜਿੱਡਾ ਮਕਾਨ, ਉਹ 'ਚ ਮਾਂ ਪਿਓ ਲਈ ਕੋਈ ਜਗ੍ਹਾ ਨਹੀਂ ਹੁੰਦੀ, ਭਰਾਵਾਂ ਲਈ ਕੋਈ ਜਗ੍ਹਾ ਨਹੀਂ ਹੁੰਦੀ, ਕੰਧਾਂ ਨਿਕਲ ਜਾਂਦੀਆਂ, ਲੜਾਈ ਹੋ ਜਾਂਦੀ ਆ। ਤਾਂ ਇਹ ਸਾਰੇ ਔਗਣ ਸਾਡੇ ਵਿੱਚ ਜਿਹੜੇ ਆਏ ਹੋਏ ਆ, ਇਹ ਗੁਰੂ ਨਾਲੋਂ ਵਿਛੜ ਕੇ ਅਕਾਲ ਖਸੀ ਆਈ। ਭਾਈ ਵੀਰ ਸਿੰਘ ਜੀ ਕਹਿੰਦੇ ਹੁੰਦੇ ਆ, ਬਿਨ ਮਿਲਿਆ ਨਹੀਂ ਲੈਂਦੀ। ਇਹ ਵਿਛੜ ਕੇ ਅਕਾਲ ਖਾਈ ਹੋਈ ਆ। ਕਿਹਦੇ ਨਾਲੋਂ ਵਿਛੜੇ ਆ? ਮੂਲ ਨਾਲੋਂ ਵਿਛੜੇ ਆ। ਗੁਰੂ ਮਹਾਰਾਜ ਰਹਿਮਤ ਕਰਨ, ਕੀਤੀ ਵਿਚਾਰ ਹਿਰਦਿਆਂ 'ਚ ਵਸੇ। ਗੁਰ ਸ਼ਬਦਾਂ ਦੀ ਕਮਾਈ ਕਰਕੇ ਭਾਈ ਉੱਚੇ ਸੁੱਚੇ ਜੀਵਨ ਵਾਲੇ ਬਣੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।